ਔਰ ਬਸ ਮੈਨੂੰ ਵੀ ਇਹੀ ਸਮਝਣ ਦੀ ਲੋੜ ਹੈ, ਜਿੱਦਾਂ ਕਿ ਕਈ ਵਾਰੀ ਸਟੈਂਸ ਨਹੀਂ ਬਣਾਉਣਾ ਆਉਂਦਾ। ਹੁਣ ਆਪਣੇ ਬੇਬੀ ਨੂੰ ਸਕੂਲ ਛੱਡ ਕੇ ਆਨੀ ਤੇ ਕਈ ਵਾਰੀ ਇੰਗਲਿਸ਼ 'ਚ ਵੀ ਬੋਲ ਪੈਂਦੀ ਹੈ ਤੇ ਵਿੱਚ ਇਟਾਲੀਅਨ 'ਚ, ਤੇ ਉਹਦਾ ਅਗਲੇ ਗੱਲ ਸਮਝ ਲੈਂਦੇ ਨੇ, ਪਰ ਮੈਨੂੰ ਸਮਝਾਉਣੀ ਔਖੀ ਹੋ ਜਾਂਦੀ। ਤਾਂ ਨੋਰਮਲੀ ਇਹ ਬੇਸਿਕ ਹੈ। ਤੁਸੀਂ ਸਿੰਪਲ ਸੈਂਟੈਂਸਸ ਤੋਂ ਸਟਾਰਟ ਕਰੋ। ਸਿੰਪਲ ਸਬਜੈਕਟ, ਵਰਬ, ਆਬਜੈਕਟ। ਓਕੇ, ਆਬਜੈਕਟ ਬਾਰੇ ਕੀ ਹੁੰਦਾ ਹੈ ਕਿ ਮੇਲ ਔਰ ਫੀਮੇਲ ਦੇ ਵਿੱਚ, ਔਰ ਸਿੰਗਲ ਔਰ ਪਲੂਰਲ। ਤੁਸੀਂ ਸਿੰਗਲ ਵਿੱਚ ਗੱਲ ਕਰ ਰਹੇ ਹੈਗੇ ਆ ਤੇ ਉਹ ਜਿਹੜੀ ਚੀਜ਼ ਆ ਉਹ ਮੇਲ ਨਾਊਨ ਹੈ ਜਾਂ ਫੀਮੇਲ ਨਾਊਨ ਹੈ। ਸੋ ਇਹ 4 ਚੀਜ਼ਾਂ ਮੈਟਰ ਕਰਦੀਆਂ ਨੇ ਰਾਈਟ ਸੈਂਟੈਂਸ। ਮੈਮ ਕੀਤੀ ਹੈ ਨਾ ਸਕੂਲ ਦਾ। ਓਕੇ, ਤੁਸੀਂ ਇਟਾਲੀਅਨ ਪਹਿਲਾਂ ਪੜ੍ਹ ਚੁੱਕੇ ਹੋ ਹਨਾ? ਹਾਂਜੀ, ਤੁਹਾਨੂੰ 2015 ਚ ਮੈਂ ਸਕੂਲ ਕੀਤਾ ਸੀ ਜ਼ੈਰੋ। ਅੱਛਾ ਜੀ, ਤੇ ਤੁਹਾਨੂੰ ਜਿਸ ਤਰ੍ਹਾਂ ਹਾਂਜੀ ਪ੍ਰੈਜ਼ੈਂਟ 2015 ਹਾਂਜੀ 2014 ਚ ਮੈਂ ਆਈ ਹੋਈ ਸੀ ਓਕੇ ਤੇ 15 ਚ ਮੈਂ ਸਟਾਰਟਿੰਗ ਕੀਤੀ ਸੀ ਓਕੇ ਤੇ ਉਹਨੂੰ ਵੀ ਮੈਂ ਕਰਨ ਲੱਗੀ ਸੀ, ਬਟ ਕੰਟੀਨਿਊ ਨਹੀਂ ਹੋਇਆ ਮੈਮ, ਕਿਉਂਕਿ ਪ੍ਰੈਗਨੈਂਸੀ ਕਰਕੇ ਨਾ ਓਕੇ ਜਾਣਾ ਠੀਕ ਹੈ। ਪੈਂਦਾ ਸੀ ਮੈਨੂੰ। ਹਾਂਜੀ ਓਕੇ ਠੀਕ ਹੈ, ਤੇ ਮੈਂ ਸਿਰਫ ਇਹ ਵਾਲੀ ਸਲਾਈਡ ਵਿੱਚ ਦੇਖਣਾ ਹੈ ਕਿ ਜਿਹੜੀ ਬੇਸਿਕਲੀ ਤੁਹਾਨੂੰ ਜਦੋਂ ਅਸੀਂ ਇਹ ਕੋਰਸ ਕਰਦੇ ਹਾਂ, ਜਿਹੜੀ ਸਾਨੂੰ ਪ੍ਰੋਬਲਮ ਆਉਂਦੀ ਹੈ ਉਹ ਹਾਂਜੀ ਟੈਂਸ ਮੈਮ। ਮੇਕਿੰਗ ਵਿੱਚ ਆਉਂਦੀ ਹੈ ਕਿ ਟੈਂਸ ਨਹੀਂ ਬਣਾਉਣੇ ਆਉਂਦੇ ਹੈਗੇ, ਸੈਂਟੈਂਸ ਨਹੀਂ ਬਣਾਉਣੇ ਆਉਂਦੇ। ਤਾਂ ਮੈਂ ਜਿਸ ਤਰ੍ਹਾਂ ਹਾਂਜੀ ਮੈਮ। ਤੁਹਾਨੂੰ ਪੁੱਛਾਂ ਕਿ ਤੁਹਾਨੂੰ ਈਓ, ਸੋਨੋ, ਤੂ ਸਹੀ, ਲੂਈ ਹੈ, ਇਹਨਾਂ ਬਾਰੇ ਪਤਾ ਹੈ ਜਾਂ ਨਹੀਂ? ਮੈਮ ਹਾਂਜੀ, ਉਹ ਸੋਨੋ, ਤੂ ਸਹੀ, ਲੁਈ ਆ, ਹਾਂ, ਨੋਈ। ਓਕੇ। ਸੋ ਬੇਸਿਕਲੀ ਇਹ ਸਾਡੀ ਬੇਸਿਕਸ ਹੁੰਦੇ ਨੇ। ਸੋ 2 ਹਾਂਜੀ ਆਪਸ਼ਨ ਹੈ, ਹਾਂਜੀ ਤੁਸੀਂ ਜਿਸ ਤਰ੍ਹਾਂ ਕਹੋ ਅਸੀਂ ਉਸ ਹਿਸਾਬ ਨਾਲ ਜਿਹੜੀ ਸਟੱਡੀ ਇਹਨੂੰ ਸ਼ੇਪ ਕਰ ਸਕਦੇ ਹੈਗੇ ਆ। ਇੱਕ ਆਪਸ਼ਨ ਠੀਕ ਹੈ। ਹੈਗਾ ਕਿ ਅਸੀਂ ਗ੍ਰਾਮਰ ਤੋਂ ਸਟਾਰਟ ਕਰੀਏ, ਸੋ ਹਾਂਜੀ ਮੈਮ। ਟੈਂਸ ਮੇਕਿੰਗ ਤੋਂ ਸਟਾਰਟ ਕਰੀਏ। ਜਿਸ ਤਰ੍ਹਾਂ ਤੁਸੀਂ ਇਹ ਵਾਲਾ ਪੇਜ ਦੇਖ ਸਕਦੇ ਹੈਗੇ, ਇਹਦੇ ਤੋਂ ਹਾਂਜੀ ਮੈਮ। ਜਿਹੜੇ ਟੈਂਸਸ ਹੁੰਦੇ ਅਸੀਂ ਮਤਲਬ ਕਿ ਉਹਨਾਂ ਤੋਂ। ਦੂਸਰਾ ਆਪਸ਼ਨ ਇਹ ਹੈ ਕਿ ਅਸੀਂ ਡਾਇਰੈਕਟਲੀ ਜਿਹੜੇ ਐਗਜ਼ਾਮ ਦੇ ਵਿੱਚ ਸਾਨੂੰ ਟੈਸਟ ਆ ਸਕਦੇ ਹੈਗੇ ਆ ਉਹਨਾਂ ਦੇ ਐਗਜ਼ਾਮਪਲਸ ਤੋਂ ਅਸੀਂ ਕੰਮ ਕਰੀਏ, ਅਤੇ ਜਿੱਦਾਂ ਅਸੀਂ ਉਹ ਠੀਕ ਹੈ ਮੈਮ। ਕਰਾਂਗੇ ਫਿਰ ਉਸ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਗ੍ਰਾਮਰ ਦੀ ਸਟੱਡੀ ਆ ਉਹ ਤੁਸੀਂ ਸਾਈਡ 'ਤੇ ਕਰ ਸਕਦੇ ਹੈਗੇ ਆ। ਸੋ ਤੁਸੀਂ ਕਿਸ ਤਰ੍ਹਾਂ ਕਰਨਾ ਠੀਕ ਹੈ ਚਾਹੁੰਦੇ? ਮੈਮ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਅੱਜ ਦਿਖਾਉਂਦੀ ਹਾਂ ਜਿਹੜਾ ਸਾਨੂੰ ਟੈਸਟ ਦੇ ਵਿੱਚ ਆ ਸਕਦਾ ਹੈਗਾ, ਠੀਕ ਹੈ ਅਤੇ ਮੈਮ। ਬਾਅਦ ਵਿੱਚ ਤੁਹਾਨੂੰ ਮੈਂ ਭੇਜ ਵੀ ਦੇਵਾਂਗੀ ਪ੍ਰੈਕਟਿਸ ਕਰਨ ਵਾਸਤੇ। ਅਲੋਰਾ, ਸੋ ਓਕੇ ਮੈਮ। ਅਸੀਂ ਥੋੜ੍ਹਾ ਟਾਈਮ ਕੈਲਕੂਲੇਟ ਕਰ ਲੈਂਦੇ ਹਾਂ ਕਿ ਜਦੋਂ ਤੁਸੀਂ ਐਗਜ਼ਾਮ ਦੇਣ ਜਾਣਾ ਹੈ ਤੁਹਾਡੇ ਕੋਲ ਕਿੰਨਾ ਠੀਕ। ਟਾਈਮ ਔਰ ਤੁਸੀਂ ਕਿੰਨੇ ਪੁਆਇੰਟਸ ਕਰ ਸਕਦੇ ਹੈਗੇ ਆ। ਸੋ ਠੀਕ ਹੈ ਸਾਡੇ ਕੋਲ ਟੋਟਲ ਜਿਹੜਾ ਟਾਈਮ ਹੈਗਾ, ਸਾਡੇ ਕੋਲ ਇੱਕ ਹੈਗਾ ਪ੍ਰੋਵਾ ਦੀ ਅਸਕੋਲਤੋ, ਪ੍ਰੋਵਾ ਦੀ ਅਸਕੋਲਤੋ। ਸੋ ਇਹ ਹੈਗਾ ਠੀਕ ਹੈ ਮੈਮ। ਲਿਸਨਿੰਗ ਟਾਸਕ। ਓਕੇ, ਠੀਕ ਹੈ। ਜਿਹੜਾ ਅਸੀਂ ਨੈਕਸਟ ਕਲਾਸ ਵਿੱਚ ਕਰਾਂਗੇ ਆਡੀਓ ਦੇ ਨਾਲ। ਅਤੇ ਇਸ ਦੇ ਵਾਸਤੇ ਠੀਕ ਤੁਹਾਡੇ ਹੈ। ਕੋਲ ਟੋਟਲ 25 ਮਿੰਟ ਹੈ, 25 ਮਿੰਟਸ, ਓਕੇ। ਔਰ ਤੁਸੀਂ ਇਹਦੇ 'ਤੇ ਵੱਧ ਤੋਂ ਵੱਧ 30 ਪੁਆਇੰਟਸ ਸਕੋਰ ਕਰ ਸਕਦੇ ਹੈਗੇ। ਓਕੇ, ਸੋ ਇਹ ਠੀਕ ਹੈ। ਵਾਲਾ ਪਾਰਟ ਹੈ। ਸੋ ਤੁਸੀਂ ਇੱਥੇ ਤੁਹਾਨੂੰ ਆਪਸ਼ਨਸ ਦਿੱਤੇ ਗਏ ਨੇ ਜਿੱਦਾਂ ਤੁਸੀਂ ਦੇਖ ਸਕਦੇ ਆ। ਸੋ ਉਹਦੇ ਵਿੱਚ ਕੀ ਹੁੰਦਾ ਹੈ, ਜਿਹੜਾ ਲਿਸਨਿੰਗ ਟਾਸਕ ਹੈ ਕਿ ਡਾਇਲੋਗਸ ਹੁੰਦੇ ਆ। ਸੋ ਤੁਹਾਨੂੰ 2 ਬੰਦੇ ਆਪਸ ਵਿੱਚ ਗੱਲ ਕਰਦੇ ਮਿਲ ਸਕਦੇ ਆ ਕਿਸੇ ਵੀ ਟੋਪਿਕ 'ਤੇ, ਅਤੇ ਤੁਸੀਂ ਉਹਨਾਂ ਟੋਪਿਕ ਤੋਂ ਵਿੱਚੋਂ ਤੁਸੀਂ ਆਪਸ਼ਨ ਚੂਜ਼ ਕਰਨਾ ਹੈ ਕਿ ਏ ਸੀ, ਬੀ ਸੀ ਜਾਂ ਬੀ ਸੀਗਾ, ਸੀ ਸੀਗਾ। ਓਕੇ, ਸੋ ਠੀਕ ਹੈ। ਟਿਕ ਮਾਰ ਕਰਨੀ ਹੈਗੀ, ਜ਼ਿਆਦਾ ਡਿਫੀਕਲਟ ਨਹੀਂ ਹੈਗਾ, ਟਾਈਮ ਵੀ ਕਾਫੀ ਹੈ। ਸਿਰਫ ਗੌਰ ਨਾਲ ਸੁਣਨਾ ਹੈ ਕਿ ਉਹਦੇ ਉੱਪਰ ਕਿਹਦੀ ਗੱਲ ਕੀਤੀ ਜਾਂਦੀ ਹੈਗੀ ਹੈ। ਠੀਕ। ਇਹ ਹੈਗਾ ਪਹਿਲਾ ਟਾਸਕ। ਫਿਰ ਅਸੀਂ ਗੱਲ ਕਰਦੇ ਹਾਂ ਜਿਹੜਾ ਦੂਸਰਾ ਟਾਸਕ ਹੈ। ਸੋ 25 ਮਿੰਟ ਤੁਹਾਨੂੰ ਇਹਦੇ ਵਾਸਤੇ ਤੇ ਦਿੱਤੇ ਗਏ ਹੈਗੇ। ਫਿਰ ਹੈਗਾ ਕੰਪ੍ਰੈਂਸੀਓਨੇ ਸਕ੍ਰਿਪਟਾ, ਮਤਲਬ ਤੁਹਾਨੂੰ ਇੱਕ ਲਿਖਤੀ ਪੈਰਾਗ੍ਰਾਫ ਦਿੱਤਾ ਜਾਏਗਾ, ਤੁਸੀਂ ਉਹਨੂੰ ਪੜ੍ਹਨਾ ਹੈ
ਠੀਕ ਤੇ ਹੈ। ਉਹਦੇ ਉੱਪਰੋਂ ਤੁਸੀਂ ਵੇਰੋ ਫਾਲਸੋ ਆਨਸਰ ਕਰਨਾ ਹੈ ਕਿ ਉਹ ਸਹੀ ਉਹ ਗਲਤ ਹੈ, ਇਹ ਆਪਸ਼ਨ ਸੀ ਜਾਂ ਇਹ ਆਪਸ਼ਨ ਨਹੀਂ ਸੀ। ਇਹ ਵਾਲਾ ਟਾਸਕ ਜਿਹੜਾ ਅੱਜ ਅਸੀਂ ਕਰਾਂਗੇ ਅੱਜ ਦੀ ਕਲਾਸ ਵਿੱਚ। ਇਹਦੇ ਵਾਸਤੇ ਤਾਂ ਦੇਖੋ ਕਿੰਨਾ okay। ਹਾਂਜੀ ਹਾਂਜੀ ਹੈਲੋ। ਹਾਂਜੀ ਵਿੱਚ ਤੁਹਾਡੀ ਹਾਂਜੀ ਕਨੈਕਸ਼ਨ ਟੁੱਟ ਗਈ ਸੀ। ਸੋ ਇਹਦੇ ਵਾਸਤੇ ਵੀ ਤੁਹਾਡੇ ਕੋਲ ਹਾਂਜੀ 25 ਮਿੰਟਸ ਹੈ, 25 ਮਿੰਟਸ। ਠੀਕ ਔਰ ਤੁਹਾਨੂੰ ਇੱਥੇ ਵੱਧ ਤੋਂ ਵੱਧ ਤੁਸੀਂ 35 ਪੁਆਇੰਟਸ ਸਕੋਰ ਕਰ ਸਕਦੇ ਹੋ। ਓਕੇ, ਜਿਹੜੀ ਠੀਕ ਠੀਕ ਸਾਡੀ ਰੀਡਿੰਗ ਕੰਪ੍ਰੀਹੈਂਸ਼ਨ ਹੈ। ਆਖਰੀ ਟਾਸਕ ਸੋ ਟੋਟਲ ਸਾਡੇ ਕੋਲ 3 ਟਾਸਕ ਹੈ। ਉਹ ਹੈਗਾ comprensione prova scritta, ਸੋ ਰਾਈਟਿੰਗ ਟਾਸਕ। ਓਕੇ, ਠੀਕ ਹੈ। ਇਹਦੇ ਵਿੱਚ ਸਾਡੇ ਕੋਲ ਟੋਟਲ 10 ਮਿੰਟ ਹੈ, ਸੋ ਜ਼ਿਆਦਾ ਨਹੀਂ ਹੈ, ਜ਼ਿਆਦਾ ਟਾਈਮ ਨਹੀਂ ਹੈਗਾ। ਔਰ ਅਸੀਂ ਮੈਕਸਿਮਮ 35 ਪੁਆਇੰਟਸ ਕਰ ਹੈਲੋ। ਸਕਦੇ ਹੈਗੇ ਆ। ਠੀਕ ਹੈ। ਠੀਕ ਹੈ। ਐਗਜ਼ਾਮ ਨੂੰ ਪਾਸ ਕਰਨ ਵਾਸਤੇ ਕਿੰਨੇ ਪੁਆਇੰਟਸ ਚਾਹੀਦੇ ਆ? ਟੋਟਲ 80 ਪੁਆਇੰਟਸ ਚਾਹੀਦੇ ਆ। ਓਕੇ, ਸੋ ਤੁਸੀਂ ਸਾਰੇ ਐਗਜ਼ਾਮ ਵਿੱਚੋਂ ਮਤਲਬ ਕਿ ਮਿਨੀਮਮ ਜਿੰਨਾ ਵੀ ਤੁਸੀਂ ਸਕੋਰ ਕਰੋਗੇ ਉਹਦੇ ਵਿੱਚੋਂ ਹੈਲੋ। ਅਸੀਂ ਹਾਂਜੀ ਤੇ ਉਹਦੇ ਵਿੱਚੋਂ ਅਸੀਂ ਟੋਟਲ 80 ਪੁਆਇੰਟਸ ਕਰਾਂਗੇ ਤਾਂ ਫਿਰ ਅਸੀਂ ਪਾਸ ਹੋ ਸਕਦੇ ਹਾਂ। ਓਕੇ, e poi per ogni frase ਵਾਈਫਾਈ ਕਨੈਕਸ਼ਨ ਹੋ ਰਿਹਾ। ਤੁਸੀਂ ਆਪਣੇ ਫ਼ੋਨ ਦਾ ਇੰਟਰਨੈਟ ਕਨੈਕਟ ਕਰ ਲਓ। ਜੇ ਤੁਸੀਂ ਵਾਈਫਾਈ ਤੋਂ ਯੂਜ਼ ਕਰਦੇ ਹੋ ਤੇ ਫ਼ੋਨ ਦਾ ਕਰ ਲਓ, ਕਿਉਂਕਿ ਵਾਈਫਾਈ ਕਈ ਵਾਰ ਇਨਸਟੇਬਲ ਹੁੰਦਾ ਹੈ। ਹਾਂਜੀ ਮੈਮ, ਮੇਰਾ ਫੋਨ ਦਾ ਵੀ ਉਹ ਨੈਟ ਤੇ ਰੇਂਜ ਨਹੀਂ ਆ ਰਹੀ ਨਾ ਸਹੀ ਤਰ੍ਹਾਂ, ਓਕੇ ਤੇ ਫੋਨ ਦਾ ਵੀ ਘੱਟ ਹੀ ਚੱਲ ਰਿਹਾ। ਹਾਂਜੀ ਓਕੇ, ਐਨੀਵੇ ਚਲੋ ਕੋਈ ਗੱਲ ਨਹੀਂ, ਜੇ ਕੱਟ ਗਿਆ ਵਿੱਚੋਂ ਅਸੀਂ ਦੁਬਾਰਾ ਕਾਲ ਕਰ ਲਾਂਗੇ। allora ਸੋ ਇੱਥੇ ਜਿਹੜੀ ਪਹਿਲੀ ਲਾਈਨ ਹੁੰਦੀ ਹੈ ਇਹਦੇ 'ਤੇ ਹਮੇਸ਼ਾ ਇੰਸਟਰਕਸ਼ਨ ਲਿਖੀਆਂ ਹੁੰਦੀਆਂ ਨੇ। quindi ਇਹਦੇ 'ਤੇ ਲਿਖਿਆ leggi il testo। testo ਕੀ ਹੁੰਦਾ ਠੀਕ ਹੈ? ਹੈ। testo ਪੈਰਾਗ੍ਰਾਫ ਹੁੰਦਾ। leggi ਮਤਲਬ ਓਕੇ ਰੀਡ ਕਰੋ, ਪੈਰਾਗ੍ਰਾਫ। per ogni frase ਮਤਲਬ ਜਿਹੜੀਆਂ ਵੀ ਥੱਲੇ ਸੈਂਟੈਂਸਸ ਹੈ ਇੱਥੇ ਲਿਖੀਆਂ ਹੋਈਆਂ ਨਾ 1 2 3 ਇਹ ਸੈਂਟੈਂਸਸ ਹੈ, ਫਰਾਜ਼ੇ ਸੈਂਟੈਂਸ। metti una croce, metti una croce, croce ਮਤਲਬ ਕ੍ਰੋਸ ਮਾਰਨੀ ਹੈ। su vero ਜਾਂ falso, ਕਿ ਉਹ ਜਿਹੜਾ ਸਟੇਟਮੈਂਟ ਲਿਖਿਆ ਹੈ ਉਹ ਵੇਰੋ ਹੈ ਜਾਂ ਠੀਕ ਹੈ। ਫਾਲਸੋ ਹੈ। ਓਕੇ, ਮੈਮ ਓਨਲੀ ਫਰਾਸੇ ਮਤਲਬ ਕੀ ਹੁੰਦਾ? ਹਰੇਕ ਸੈਂਟੈਂਸ, ਐਵਰੀ ਸੈਂਟੈਂਸ। ਓਕੇ ਓਕੇ, ਓਕੇ ਓਕੇ ਤੋ ਠੀਕ ਹੈ। ਜਿਹੜਾ ਬਲੈਕ ਅੱਖਰਾਂ ਵਿੱਚ ਲਿਖਿਆ ਇਹ ਟਾਈਟਲ ਹੁੰਦਾ ਹੈ। ਟਾਈਟਲ ਤੋਂ ਸਾਨੂੰ ਠੀਕ ਹੈ। ਅੰਦਾਜ਼ਾ ਹੋ ਸਕਦਾ ਕਿ ਅਸੀਂ ਕਿਹਦੇ ਬਾਰੇ ਗੱਲ ਕਰ ਸਕਦੇ ਹਾਂ। allora ਸੋ ਤੁਸੀਂ ਠੀਕ ਟਾਈਟਲ ਪੜ੍ਹ ਸਕਦੇ ਹੋ। Muore dopo 3 giorni davanti muore dopo 3 giorni ਹੈਲੋ davanti al computer। ਨਹੀਂ ਓਕੇ al computer। ਓਕੇ, muore ਦਾ ਮਤਲਬ ਮੀਨਿੰਗ ਤੁਹਾਨੂੰ ਪਤਾ ਹੈ? ਮੋਰੇ ਮਤਲਬ ਮੈਮ ਡੈਥ। ਹਾਂ, morire, ok, muore, morire quindi death dopo 3 giorni, dopo 3 giorni मतलब 3 ਦਿਨ ਬਾਅਦ। 3 दिन बाद 3 ਦਿਨ davanti ਬਾਅਦ davanti ਅੱਗੇ sì al computer, computer। ਸੋ ਬੇਸਿਕਲੀ ਇੱਥੇ ਇਹਦਾ ਮਤਲਬ ਇਹ ਹੋਇਆ ਕਿ ਉਸਦੀ ਡੈਥ ਹੋ ਜਾਂਦੀ ਹੈ 3 ਦਿਨ ਬਾਅਦ ਕੰਪਿਊਟਰ ਦੇ ਸਾਹਮਣੇ। ਓਕੇ, ਸੋ ਇੱਥੋਂ ਠੀਕ ਹੈ। ਅਸੀਂ ਗੈਸ ਕਰ ਸਕਦੇ ਹਾਂ ਕਿ ਇਹ ਜਿਹੜਾ ਕੋਈ ਵੀ ਵਿਅਕਤੀ ਸੀ ਇਹਨੂੰ ਮਤਲਬ ਕੰਪਿਊਟਰ ਤੋਂ ਗੇਮਿੰਗ ਦੀ ਆਦਤ ਸੀਗੀ, ਜਿਸ ਦੇ ਕਾਰਨ ਉਹ ਹਮੇਸ਼ਾ ਕੰਪਿਊਟਰ 'ਤੇ ਹੀ ਰਹਿੰਦਾ ਸੀਗਾ। ਓਕੇ, ਠੀਕ allora ਸੋ ਅਸੀਂ ਹਰੇਕ ਚੀਜ਼ ਜਿਹੜੀ ਵੀ ਅਸੀਂ ਪੜ੍ਹਦੇ ਹਾਂ ਉਹਦਾ ਸਮਝਣਾ ਬਹੁਤ ਜ਼ਰੂਰੀ ਹੈਗਾ। ਸੋ ਤੁਸੀਂ ਵੀ ਪ੍ਰੈਕਟਿਸ ਦੇ ਤੌਰ 'ਤੇ ਜੇ ਤੁਹਾਡੇ ਘਰੇ ਬੱਚੇ ਨੇ ਤੁਸੀਂ ਕੋਈ ਵੀ ਉਹਨਾਂ ਦੀ ਬੁੱਕ ਲੈ ਲਓ, ਇਟਾਲੀਅਨ ਦੀ ਬੁੱਕ ਲੈ ਲਓ
ਤੇ ਇਸ ਤਰ੍ਹਾਂ ਠੀਕ ਹੈ। ਛੋਟੇ-ਛੋਟੇ ਪੈਰਾਗ੍ਰਾਫ ਪੜ੍ਹਨੇ ਦੀ ਪ੍ਰੈਕਟਿਸ ਜ਼ਰੂਰ ਕਰਨਾ, ਕਿਉਂਕਿ ਔਰ ਪੜ੍ਹਨੇ ਦਾ ਮਤਲਬ ਇਹ ਨਹੀਂ ਕਿ ਤੁਸੀਂ ਪੜ੍ਹ ਲਿੱਤਾ ਲਾ 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 ਕਰਕੇ ਤੇ ਠੀਕ ਹੈ। ਠੀਕ ਆ। ਸਿਰਫ ਇੱਕ ਜਿਹੜੀ ਵੀ ਤੁਹਾਨੂੰ ਇੱਕ ਸੈਂਟੈਂਸ ਵੀ ਸਮਝ ਆਉਂਦੀ ਹੈ ਤਾਂ ਉਹਦਾ ਮਤਲਬ ਹੈ ਕਿ ਤੁਸੀਂ ਉਸ ਦਿਨ ਦਾ ਜਿਹੜਾ ਤੁਹਾਡਾ ਟਾਰਗੇਟ ਹੈ ਉਹ ਕੰਪਲੀਟ ਹੋ ਗਿਆ। ਹਾਂਜੀ ਇੱਕ ਹੋਰ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਸੀਗੀ ਕਿ ਤੁਸੀਂ ਆਪਣੇ ਫੋਨ ਤੇ ਨਾ allora ਸੋ ਪਹਿਲੀ ਸੈਂਟੈਂਸ ਅਸੀਂ ਪੜ੍ਹਦੇ ਹਾਂ ਇੱਥੇ ਤੱਕ ਜਿੱਥੇ ਤੱਕ ਪੁਆਇੰਟ ਹੈ। ਮੈਂ ਪੜ੍ਹ ਦਿੰਦੀ ਹਾਂ, ਫਿਰ ਤੁਸੀਂ ਜਿਹੜਾ ਤੁਹਾਨੂੰ ਚੀਜ਼ ਸਮਝ ਆਈ ਉਹ ਮੈਨੂੰ ਐਕਸਪਲੇਨ ਦੀ ਕੋਸ਼ਿਸ਼ ਕਰਿਓ। Un giovane uomo di 30 anni è morto dopo aver passato 72 ore di seguito di fronte allo schermo di un computer a giocare in un internet point, ok? point Allora, ਸੋ ਤੁਹਾਨੂੰ ਕੀ ਸਮਝ ਆਇਆ ਪਹਿਲੀ ਸੈਂਟੈਂਸ ਤੋਂ? ਮੈਮ ਜੋਵਾਨੇ ਉਮੋ ਜਾਨ ਕਿ ਜੋਬਨ ਆਦਮੀ ਹੈ 30 ਸਾਲ ਦਾ। ਹਾਂਜੀ ਹਾਂਜੀ, ਇਹ ਮੋਰ ਤੋਂ ਕਿ ਮਰ ਚੁੱਕਾ ਹੈ dopo aver passato sì ਬਾਅਦ 72 ਘੰਟੇ ਬਾਅਦ sì ਇਹ ਕੰਪਿਊਟਰ ਦੀ ਸਕਰੀਨ ਦੇ ਸਾਹਮਣੇ esatto, giusto, ਬਿਲਕੁਲ ਸਹੀ। schermo screen ਹੁੰਦਾ ਇਹ ਜੁਕਾਰੇ ਖੇਲਣਾ sì in un internet point। esatto, ਸੋ ਕੀ ਹੋਇਆ ਕਿ ਇਸ ਵਿਅਕਤੀ ਦੀ ਡੈਥ ਹੋ ਗਈ ਹੈ ਕਿਉਂਕਿ ਉਹਨੇ ਲਗਾਤਾਰ 72 ਘੰਟੇ ਗੇਮਸ ਪਲੇ ਕੀਤੀਆਂ ਨੇ ਕੰਪਿਊਟਰ ਦੇ ਸਾਹਮਣੇ। ਇੰਟਰਨੈਟ ਪੁਆਇੰਟ ਕੀ ਹੁੰਦਾ ਹੈ? ਜਿਹੜੇ ਕੈਫੇ ਪੁਆਇੰਟ ਨਹੀਂ ਹੁੰਦੇ, ਹੁਣ ਤਾਂ ਵੈਸੇ ਸਭ ਦੇ ਕੋਲ ਇੰਟਰਨੈਟ ਹੈਗਾ ਹੈ, ਕੰਪਿਊਟਰ ਹੈਗਾ, ਪਰ ਜਿਨ੍ਹਾਂ ਕੋਲ ਨਹੀਂ ਹੈਗਾ ਪ੍ਰੋਪਰ ਜਿਹੜੇ ਇਹ ਇਨਫੋ ਸੈਂਟਰ ਕੈਫੇ ਸੈਂਟਰ ਬਣੇ ਹੁੰਦੇ ਆ ਜਿੱਥੇ ਕੰਪਿਊਟਰ ਲੱਗੇ ਹੁੰਦੇ, ਸੋ ਉੱਥੇ ਜਾ ਕੇ ਉਸਦੀ ਡੈਥ ਹੋ ਗਈ 72 ਘੰਟਿਆਂ ਬਾਅਦ। ਠੀਕ ਮੈਮ, ਕੈਫੇ ਸੈਂਟਰ 'ਚ ਜਾ ਕੇ ਉਹ 72 ਘੰਟੇ 'ਚ ਕੰਪਿਊਟਰ 'ਚ ਖੇਡ ਰਿਹਾ ਸੀ। ਹਾਂਜੀ ਬਿਲਕੁਲ ਜੀ। ਸੋ ਨੈਕਸਟ ਲਾਈਨ ਆ ਗਈ। ਨੈਕਸਟ ਲਾਈਨ ਸਾਡੀ ਇੱਥੇ ਤੱਕ ਆਉਂਦੀ ਹੈਗੀ il fatto è accaduto in Cina nel distretto di Chaoyang vicino a Pechino, ok? ਇਹਦੀ ਤੁਹਾਨੂੰ ਥੋੜੀ ਬਹੁਤੀ ਸਮਝ ਆਈ? fatto accaduto ਚੀਨਾ ਮਤਲਬ accaduto ਮਤਲਬ ਡਿੱਗਣਾ। ਇਸ ਕੇਸ ਦੇ ਵਿੱਚ ਲਿਖਿਆ ਹੈ accaduto, ਸੋ caduto ਹੁੰਦਾ ਇਸ ਤਰ੍ਹਾਂ, ਓਕੇ? è caduto। ਇਸ ਕੇਸ ਦੇ ਵਿੱਚ accaduto ਦਾ ਮਤਲਬ ਜਦੋਂ ਕੋਈ ਚੀਜ਼ ਕੋਈ ਹਾਦਸਾ ਹੁੰਦਾ ਹੈ to happen, ok? Quindi il fatto ਮਤਲਬ the fact, ok? ਹਾਦਸਾ è accaduto il fatto ਮੈਮ ਹਾਦਸਾ fact, ok? è accaduto ਇਸ ਕੇਸ ਦੇ ਵਿੱਚ to happen ਕਿੱਥੇ ਹੋਇਆ? in China, ਚਾਈਨਾ ਵਿੱਚ, ok? nel Pechino distretto ਮਤਲਬ ਡਿਸਟ੍ਰਿਕਟ, ਚਾਓਯਾਂਗ ਦੇ ਡਿਸਟ੍ਰਿਕਟ ਵਿੱਚ, vicino è ਨੇੜੇ, Pechino ਦੇ ਨੇੜੇ। Pechino allora ਜਦੋਂ ਵੀ ਕੋਈ ਵੀ ਸੈਂਟੈਂਸ ਦੇ ਵਿੱਚ ਨਾਰਮਲੀ ਕੀ ਹੁੰਦਾ ਹੈ ਕਿ ਜਦੋਂ ਸਾਡਾ ਡਾਟ ਹੁੰਦਾ ਹੈ, ਰਾਈਟ, ਡਾਟ ਤੋਂ ਬਾਅਦ ਜਿਹੜੀ ਸੈਂਟੈਂਸ ਹੈ ਉਹ ਕੈਪੀਟਲ ਲੈਟਰ ਨਾਲ ਸਟਾਰਟ ਹੁੰਦੀ ਹੈ, ਓਕੇ? ਇਸ ਤਰ੍ਹਾਂ ਜੇ ਸੈਂਟੈਂਸ ਦੇ ਵਿੱਚ ਸਾਨੂੰ ਕੋਈ ਕੈਪੀਟਲ ਲੈਟਰ ਮਿਲਦਾ ਜਿੱਦਾਂ ਚਾਓਯਾਂਗ ਦਾ, ਚੀਨਾ ਦਾ ਜਾਂ ਪੀ ਦਾ ਕੈਪੀਟਲ ਲੈਟਰ ਹੈ, ਇਹਦਾ ਮਤਲਬ ਕੋਈ ਨਾਮ ਹੈ। ਨਾਮ ਕੋਈ ਸ਼ਹਿਰ ਦਾ ਹੋ ਸਕਦਾ, ਡਿਸਟ੍ਰਿਕਟ ਦਾ, ਸਟੇਟ ਦਾ। esatto, ok? Quindi ਇੱਥੋਂ ਚਾਓਯਾਂਗ ਕੀ ਹੈ, ਉਸ ਡਿਸਟ੍ਰਿਕਟ ਦਾ ਹੋ ਗਿਆ। ਪੇਕੀਨੋ ਚਾਈਨਾ ਦੀ ਰਾਜਧਾਨੀ ਹੈ, ਉਹਨੂੰ ਪੇਕੀਨੋ ਕਹਿੰਦੇ। ਠੀਕ ਹੈ, ਓਕੇ? ਸੋ ਇਹ ਹਾਦਸਾ ਇੱਥੇ ਹੋਇਆ। ਨੈਕਸਟ ਲਾਈਨ ਵਿੱਚ ਲਿਖਿਆ ਹੈ per 3 giorni e 3 notti il giovane non si è mai staccato dal computer e
non ha mai mangiato, bevuto o dormito. Ok? ਸੋ ਕੀ ਹੋਇਆ ਉਸ ਵਿਅਕਤੀ ਨਾਲ? ਫਿਰ 3 giorni, 3 ਦਿਨ ਤੇ 3 ਰਾਤ Sì, non si mai staccato. staccato. Staccato ਦਾ ਮਤਲਬ ਨਹੀਂ ਪਤਾ। Staccato ਹੁੰਦਾ remove ਕਰਨਾ। non si è mai staccato, quindi ਕਦੇ ਵੀ remove ਨਹੀਂ ਹੋਇਆ, ਕਦੇ ਵੀ ਹਟਿਆ ਨਹੀਂ ਹੈ। ok? mai ਦਾ ਮਤਲਬ ਹੁੰਦਾ never। 3 ਦਿਨ 3 ਰਾਤ ਕਦੀ esatto, ਕੰਪਿਊਟਰ ਦੇ ਅੱਗੇ ਕਦੀ ਨਹੀਂ ਠੀਕ ਹੋਇਆ, ਨਾ ਹੀ ਉਹਨੇ ਕੁਝ ਖਾਦਾ ਹੈ ਤੇ ਨਾ ਹੀ ਉਹ ਸੁੱਤਾ ਹੈ, esatto, ਨਾ ਹੀ ਉਹਨੇ ਕੁਝ ਪੀਤਾ। esatto, quindi non ha mai mangiato, ਕਦੇ ਨਾ ਖਾਦਾ, bevuto, drink ਕੀਤਾ, ਨਾ ਪੀਤਾ, esatto, ਨਾ ਹਾਂਜੀ ok, good, ਨਾ ਹੀ ਉਹਨੇ। allora, next line, si è sentito male mentre si trovava nell'internet point. quindi ਇੱਥੇ ਕੀ ਹੋਇਆ? sentito male che ਸੁਣਨਾ mentre si trovava nell'internet, ਉਹ ਕਫੇ ਦੇ ਵਿੱਚ। allora, sentito ਹੁੰਦਾ ਇਹਦੇ ਦੋ ਮੀਨਿੰਗ ਹੋ ਸਕਦੇ ਹੈ। sentito ਇੱਕ ਮੈਮ ਹੁੰਦਾ ਸੁਣਨਾ, ਸੁਣਨਾ ਹੋ ਇੱਕ ਸਕਦਾ ਹੋਰ ਹੈ। ਕੀ ਹੁੰਦਾ? ਦੂਸਰੀ ਇਸ ਕੇਸ ਦੇ ਵਿੱਚ ਲਿਖਿਆ sentito male, male ਕੀ ਹੁੰਦਾ? ਮਾਰੇ ਠੀਕ ਨਹੀਂ ਰਹਿਣਾ। esatto, ਸੋ ਜੇ ਤੁਸੀਂ ਕਹਿਣਾ ਹੋਵੇ ਮੈਂ ਠੀਕ ਨਹੀਂ ਹਾਂ, ਤੁਸੀਂ ਕਿਸ ਤਰ੍ਹਾਂ ਕਹੋਗੇ? io fai male, io fa male, io non sto bene, fa male ਜੇ ਮੇਰੀ ਕੋਈ ਐਕਚੁਅਲੀ ਬੋਡੀ ਪਾਰਟ ਵਿੱਚ ਦੁੱਖ ਰਿਹਾ, mi fa male la pancia, ok? io mi sento male, io mi sento male, I feel sick, ok? ਮੈਂ ਠੀਕ ਨਹੀਂ ਹਾਂ। same meaning è che me non sto bene, quindi si è sentito male, quindi ਹਮੇਸ਼ਾ ਧਿਆਨ ਨਾਲ ਦੇਖਣਾ ਕਿ sentire ਕੱਲਾ ਲਿਖਿਆ ਹੋਵੇ ਤੇ ਸੁਣਨਾ ਹੈ, ਅਦਰਵਾਈਜ਼ ਜੇ ਨਾਲ bene ਲਿਖਿਆ ਹੈ ਜਾਂ male ਲਿਖਿਆ ਹੈ ਤੇ I feel sick, I feel good, ok? quindi si è sentito male, ਉਹਦੀ ਸਿਹਤ ਖਰਾਬ ਹੋ ਗਈ। mentre ਮੈਮ mentre ਦਾ ਮਤਲਬ ਹੈਗਾ while, ਜਦੋਂ, ok? while he was, ਜਦੋਂ, ok? ਜਦੋਂ, ok ਮੈਮ, while si trovava, ਜਦੋਂ trovava nell'internet point, ok? ਉਹ ਕਾਫੇ ਸੈਂਟਰ ਵਿੱਚ। trovare, trovava ਦਾ ਮਤਲਬ ਕੀ ਹੈ? trovava, ਹੈਲੋ, ਹਾਂਜੀ, trovava ਮੈਮ। trovare, allora trovare, ਨੋਟ ਕਰ ਲਿਓ ਪਲੀਜ਼ ਆਪਣੀ ਕਾਪੀ ਤੇ, trovare find ਕਰਨਾ, to find o to be, allora ਇੱਥੇ ਲਿਖਿਆ ਹੈ si è sentito male, ਉਹਦੀ ਸਿਹਤ ਖਰਾਬ ਹੋ ਗਈ, while si trovava, trovava past tense ਹੈ, past tense ਹੈ ਇਹ, to find ਲੱਭਣਾ, quando si trovava, quindi ਜਦੋਂ ਸੀਗਾ, ਜਦੋਂ find ਉਹਨੂੰ ਕੀਤਾ ਗਿਆ, ਜਦੋਂ ਸੀਗਾ ਮੌਜੂਦ ਸੀ nell'internet point, ਠੀਕ ਹੈ, ok? ਠੀਕ ਹੈ, ਜਦੋਂ ਉਹ ਕਾਫੇ ਸੈਂਟਰ ਵਿੱਚ ਸੀ ਉਹਨੂੰ ਜਾਨੀ ਕਿ ਲੱਭਿਆ। esatto, ਉਦੋਂ ਉਹਦੀ ਸਿਹਤ ਖਰਾਬ ਹੋ ਗਈ ਉਸ ਟਾਈਮ ਤੇ, ਉਹ ਹਾਂਜੀ ਉਹਨਾਂ ਦੀ ਸਿਹਤ ਖਰਾਬ ਹੋ ਗਈ। ਓਕੇ ਮੈਂ ਹੁਣ ਸਮਝ ਲੱਗੀ ਤੁਹਾਡੀ। ok, quindi trovare ਵੈਸੇ ਇਹਦਾ ਜਨਰਲ ਮੀਨਿੰਗ ਹੈਗਾ ਮਿਲਣਾ, ਫਾਈਂਡ ਕਰਨਾ। ਇਸ ਕੇਸ ਦੇ ਵਿੱਚ ਤੁਸੀਂ ਇਹਨੂੰ ਕਹਿ ਸਕਦੇ to locate, ok? ਜਦੋਂ ਪ੍ਰੈਜ਼ੈਂਟ ਸੀ, ਮੌਜੂਦ ਸੀ, ok? dire, ਬੋਲਣਾ, ok? ਇਹ ਸਾਰੇ irregular verbs ਨੇ, quindi ਇਹਨਾਂ ਨੂੰ ਅਸੀਂ ਇਸੇ ਤਰੀਕੇ ਨਾਲ ਸਿੱਖਣਾ ਹੈ। ਜਿਹੜੇ ਬਾਕੀ ਇਸ ਪੇਜ ਵਿੱਚ ਮੈਂਸ਼ਨ ਨਹੀਂ ਕੀਤੇ ਗਏ ਹੈਗੇ, ਵੈਸੇ ਤਾਂ ਜ਼ਿਆਦਾ ਨੇ, ਪਰ ਸਾਡੇ ਜਿਹੜੇ ਸਭ ਤੋਂ ਜ਼ਿਆਦਾ ਯੂਜ਼ ਕਰਨ ਵਾਲੇ ਆ ਉਹ ਇਸੇ ਹੀ ਪੇਜ ਵਿੱਚ ਹੈ, ਉਹ ਰੈਗੂਲਰ ਹੁੰਦੇ ਆ। quindi ਕਰੰਟਲੀ ਤੁਸੀਂ ਇੱਥੇ ਤੱਕ ਮਤਲਬ ਇਹਨਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰ ਸਕਦੇ, ਥੋੜ੍ਹੇ ਮਤਲਬ
3 ਦਿਨ 'ਚ ਤਾਂ ਨਹੀਂ ਆਉਣਗੇ, ਪਰ ਤੁਸੀਂ ਆਪਣਾ ਟਾਰਗੇਟ ਰੱਖ ਲੈਣਾ। ਫਿਰ ਜਦੋਂ ਤੁਹਾਨੂੰ ਲੱਗਦਾ ਹੋਇਆ ਕਿ ਮੈਂ ਪ੍ਰੈਜ਼ੈਂਟ ਦੇ ਉੱਪਰ ਕੌਨਫੀਡੈਂਟ ਹੈ, ਮੈਨੂੰ ਸਮਝ ਆ ਗਿਆ ਕਿ ਰੈਗੂਲਰ ਔਰ ਇਰੈਗੂਲਰ ਵਰਬਸ ਕਿਹੜੇ ਨੇ, ਤਾਂ ਫਿਰ ਅਸੀਂ ਪਾਸਟ ਦੇ ਬਾਰੇ ਵੀ ਗੱਲ ਕਰਾਂਗੇ ਕਿ ਪਾਸਟ ਜਿਹੜਾ ਹੈ, ਜਿਹੜੀ ਇੰਗਲਿਸ਼ ਲੈਂਗੁਏਜ ਹੈ ਬੜੀ ਸਿੰਪਲ ਹੈ। ਉਹਦੇ ਵਿੱਚ ਸਾਨੂੰ ਇੱਕ ਪ੍ਰੈਜ਼ੈਂਟ ਟੈਂਸ ਮਿਲਦੀ ਹੈ, ਇੱਕ ਪਾਸਟ ਪਾਰਟੀਸਿਪਲ ਮਿਲਦਾ ਹੈਗਾ ਹੈ, ਇੱਕ ਪ੍ਰੈਜ਼ੈਂਟ ਪਰਫੈਕਟ ਮਿਲਦਾ ਹੈਗਾ, ਇੱਕ ਪਾਸਟ ਪਰਫੈਕਟ ਮਿਲਦਾ ਹੈਗਾ। ਓਕੇ, ਇਟਾਲੀਅਨ ਦੇ ਵਿੱਚ ਸਾਡੇ ਕੋਲ ਕਮ ਸੇ ਕਮ 8-9 ਟੈਂਸਸ ਹੈ, ਜਿਹੜੀਆਂ ਕਿ ਅਸੀਂ ਨਹੀਂ ਕਰਾਂਗੇ। ਅਸੀਂ ਸਿਰਫ 4 ਟੈਂਸਸ ਕਰਾਂਗੇ। ਇੱਕ ਹੋਏਗਾ ਪ੍ਰੈਜ਼ੈਂਟ, ਇੱਕ ਹੋਏਗਾ ਸਿੰਪਲ ਪਾਸਟ, ਇੱਕ ਹੋਏਗਾ ਪਾਸਟ ਔਰ ਇੱਕ ਹੋਏਗਾ ਫਿਊਚਰ, ਜਿਹੜੀਆਂ ਸਾਨੂੰ ਜ਼ਰੂਰਤ ਪੈ ਸਕਦੀਆਂ ਹੈਗੀਆਂ। ਪਰ ਅਦਰਵਾਈਜ਼ ਇਸ ਤੋਂ ਇਲਾਵਾ ਕਮ ਸੇ ਕਮ 9 ਤੋਂ 10 ਟੈਂਸਸ ਨੇ ਜਿਹੜੀਆਂ ਡਿਫਰੈਂਟ ਸਿਚੁਏਸ਼ਨ ਦੇ ਵਿੱਚ ਯੂਜ਼ ਕੀਤੀਆਂ ਜਾਂਦੀਆਂ ਹੈਗੀਆਂ। ਸੋ ਤੁਸੀਂ ਪਾਸਟ ਵਾਲਾ ਪਾਰਟ ਕਲੀਅਰ ਕਰ ਲਓ। ਫਿਰ ਨੈਕਸਟ ਦੂਸਰੀ ਜਾਂ ਤੀਸਰੀ ਕਲਾਸ ਦੇ ਵਿੱਚ ਅਸੀਂ ਪ੍ਰੈਜ਼ੈਂਟ ਵਾਲਾ ਪਾਸਟ ਤੁਸੀਂ ਕਲੀਅਰ ਕਰ ਲਓ। ਸੈਕੰਡ ਜਾਂ ਥਰਡ ਕਲਾਸ ਵਿੱਚ, ਮੋਸਟਲੀ ਥਰਡ ਕਲਾਸ ਵਿੱਚ, ਮੈਂ ਤੁਹਾਨੂੰ ਥੋੜ੍ਹਾ ਜਿਹਾ ਪਾਸਟ ਬਾਰੇ ਸਮਝਾ ਦਾਂਗੀ। ਠੀਕ ਹੈ। ਓਕੇ, ਅਦਰਵਾਈਜ਼ ਤੁਸੀਂ ਦੇਖਿਆ ਹੈ ਕਿ ਇਹ ਸਾਰੀਆਂ ਚੀਜ਼ਾਂ ਕਿਉਂ ਕੰਮ ਆਉਂਦੀਆਂ ਨੇ, ਕਿਉਂਕਿ ਜਦੋਂ ਅਸੀਂ ਲਿਖਣਾ ਹੋਇਆ ਸਾਨੂੰ ਉਦੋਂ ਜਿਹੜਾ ਗ੍ਰਾਮਰ ਦਾ ਫਾਰਮ ਹੁੰਦਾ ਇਟਾਲੀਅਨ ਦਾ, ਉਹ ਇਹ ਹੁੰਦਾ ਹੈ, ਆਈ ਥਿੰਕ ਹਰ ਲੈਂਗੁਏਜ ਵਿੱਚ ਹੁੰਦਾ ਹੈ, ਸਬਜੈਕਟ ਪਲੱਸ ਵਰਬ, ਓਕੇ, ਔਰ ਪਲੱਸ ऑब्जेक्ट। ओके, जिमें io mangio una mela। ओके, io सब्जेक्ट हो गया, mangio वर्ब हो गया, ओके, una mela साडा ऑब्जेक्ट हो गया। ओके, की कर रहे हैं। ओके, ਇਹ ਸਾਡਾ ਸਿੰਪਲ ਸੈਂਟੈਂਸ ਇਟਾਲੀਅਨ ਦੇ ਵਿੱਚ ਇਸੇ ਤਰੀਕੇ ਨਾਲ ਬਣਦੀ ਹੈ। ਕੀ ਜ਼ਰੂਰੀ ਕੀ ਹੈ ਕਿ ਜਿਹੜਾ ਸਬਜੈਕਟ ਔਰ ਵਰਬ ਹੈ ਸਹੀ ਤਰੀਕੇ ਦੇ ਨਾਲ ਕੌਨਜੂਗੇਟ ਹੋਇਆ ਹੋਵੇ। ਜੇ ਮੈਂ ਇੱਥੇ ਲਿਖਿਆ ਹੋਵੇ io mangiamo, ਓਕੇ, ਗਲਤ ਹੋਏਗਾ ਕਿਉਂਕਿ mangiamo noi ਦਾ ਹੈ, ਓਕੇ, io ਦਾ ਨਹੀਂ, ਵਹੀ ਜਾਏਗਾ, noi ਵਹੀ mangiamo, una noi, ਓਕੇ, noi mangiamo, noi mangiamo। ਓਕੇ, ਸੋ ਇੱਥੇ ਜੇਕਰ una ਵੀ ਕਰ ਦੋ, ਨੋਈ ਮੰਜਾਮ ਮਤਲਬ ਅਸੀਂ ਖਾ ਰਹੇ ਹਾਂ ਇੱਕ ਸੇਬ। ਸੋ ਅਸੀਂ ਪਲੂਰਲ ਦੇ ਵਿੱਚ ਇੱਕ ਸੇਬ ਖਾ ਸਕਦੇ ਹਾਂ ਕੱਟ ਕੇ। ਓਕੇ, ਅਦਰਵਾਈਜ਼ ਅਸੀਂ ਲਿਖ ਸਕਦੇ ਹੈਗੇ ਦੈਲੇ ਮੇਲੇ। ਓਕੇ, quindi 3 ਚੀਜ਼ਾਂ ਜ਼ਰੂਰੀ ਹੈ ਸਹੀ ਲਿਖਣ ਵਾਸਤੇ। ਪਹਿਲੀ ਚੀਜ਼ ਇਹ ਹੈ ਕਿ ਸਬਜੈਕਟ ਔਰ ਵਰਬ ਸਹੀ ਟੈਂਸ ਵਿੱਚ ਹੋਵੇ ਔਰ ਸਹੀ ਪਰਸਨ ਆਵੇ, ਮਤਲਬ ਈਓ ਨਾ ਈਓ ਵਾਲਾ ਪਾਰਟ ਆਵੇ, ਪ੍ਰੈਜ਼ੈਂਟ ਹੋਵੇ ਜਾਂ ਜੋ ਸਮਝਣ ਦੀ ਲੋੜ। ਬਸ ਮੈਨੂੰ ਵੀ ਇਹੀ ਸਮਝਣ ਦੀ ਲੋੜ ਹੈ, ਜਿੱਦਾਂ ਕਿ ਕਈ ਵਾਰੀ ਸਟੈਂਸ ਨਹੀਂ ਬਣਾਉਣਾ ਆਉਂਦਾ। ਹੁਣ ਆਪਣੇ ਬੇਬੀ ਨੂੰ ਸਕੂਲ ਛੱਡ ਕੇ ਆਉਂਦੀ ਤੇ ਕਈ ਵਾਰੀ ਇੰਗਲਿਸ਼ 'ਚ ਵੀ ਬੋਲ ਪੈਂਦੀ ਹੈ ਤੇ ਵਿੱਚ ਇਟਾਲੀਅਨ 'ਚ, ਤੇ ਉਹਦਾ ਅਗਲੇ ਗੱਲ ਸਮਝ ਲੈਂਦੇ ਨੇ ਪਰ ਮੈਨੂੰ ਸਮਝਾਉਣੀ ਔਖੀ ਹੋ ਜਾਂਦੀ। ਤਾਂ ਨੋਰਮਲੀ ਇਹ ਬੇਸਿਕ ਹੈ। ਤੁਸੀਂ ਸਿੰਪਲ ਸੈਂਟੈਂਸਸ ਤੋਂ ਸਟਾਰਟ ਕਰੋ। ਸਿੰਪਲ ਸਬਜੈਕਟ ਵਰਬ ਆਬਜੈਕਟ। ਓਕੇ, ਆਬਜੈਕਟ ਬਾਰੇ ਕੀ ਹੁੰਦਾ ਹੈ ਕਿ ਮੇਲ ਔਰ ਫੀਮੇਲ ਦੇ ਵਿੱਚ ਔਰ ਸਿੰਗਲ ਔਰ ਪਲੂਰਲ। ਤੁਸੀਂ ਸਿੰਗਲ ਵਿੱਚ ਗੱਲ ਕਰਦੇ ਹੈਗੇ ਆ ਤੇ ਉਹ ਜਿਹੜੀ ਚੀਜ਼ ਆ ਉਹ ਮੇਲ ਨਾਉਨ ਹੈ ਜਾਂ ਫੀਮੇਲ ਨਾਉਨ ਹੈ। ਸੋ ਇਹ 4 ਚੀਜ਼ਾਂ ਮੈਟਰ ਕਰਦੀਆਂ ਨੇ ਰਾਈਟ ਸੈਂਟੈਂਸ ਬਣਾਉਣ ਵਾਸਤੇ। ਓਕੇ, ਸੋ ਇਹ ਅਸੀਂ ਨਾਲੋਂ ਨਾਲ ਅਸੀਂ ਦੇਖਾਂ, ਪਰ ਸਟਰਕਚਰ ਸਾਡਾ ਇਹੀ ਹੈ, ਸਬਜੈਕਟ ਵਰਬ ਆਬਜੈਕਟ, ਇਸ ਤੋਂ ਜ਼ਿਆਦਾ ਨਹੀਂ। ਠੀਕ ਹੈ ਜੀ। ਸੋ ਮੈਂ ਤੁਹਾਨੂੰ ਅੱਜ ਦੀ ਜਿਹੜੀ ਪਾਰਟ ਹੈ, ਜਿਹੜੀ ਅੱਜ ਦੀ ਯੂਨਿਟ ਹੈ, ਇਹ ਵੀ ਫਾਰਵਰਡ ਕਰ ਦਾਂਗੀ। ਤੇ ਇੱਥੇ ਇਸ ਪੇਜ ਤੇ ਸਾਡੇ ਕੋਲ ਕਾਫੀ ਸਾਰੇ ਐਕਸਰਸਾਈਜ਼ਸ ਨੇ ਜਿਹੜੇ ਤੁਸੀਂ ਆਪਣੇ ਫ੍ਰੀ ਟਾਈਮ 'ਚ ਕਰ ਸਕਦੇ ਹੈਗੇ ਆ। ਅਦਰਵਾਈਜ਼ ਜੇ ਤੁਸੀਂ ਇਕੱਲੀ ਡੂਓਲਿੰਗੋ ਐਪ ਵੀ ਯੂਜ਼ ਕਰੋਗੇ, ਓਕੇ, ਉਹਦੇ ਨਾਲ ਵੀ ਤੁਹਾਨੂੰ ਸਲੋਲੀ ਇੰਪਰੂਵਮੈਂਟ ਲੱਗੇਗਾ, ਮਤਲਬ ਤੁਹਾਨੂੰ ਸਮਝ ਆਉਣ ਲੱਗ ਪਏਗਾ ਕਿ ਸਟਰਕਚਰ ਕੀ ਹੈਗਾ। ਤੇ ਓਕੇ, ਠੀਕ ਹੈ ਜੀ। ਸੋ ਅਸੀਂ ਨੈਕਸਟ ਕਲਾਸ ਸਾਡੀ